हाँ जी, किद्दां सारे ठीक हो जी। तैयारी चंगी चल रही है सारिਆਂ ਦੀ। फिर गल करते हैं आप अगले नाटककार बारे जिहदा नाम है कपूर सिंह घुम्मण। बहुत शानदार लिखता है भी, बहुत वधिया नाटककार है। ਇਹਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰਦੇ ਹਾਂ जी। फस्ट ਤੇ सैकेंड ग्रेड ਦੋਨਾਂ ਦੇ ਵਿੱਚ ਹੀ ਹੈਗਾ। ਇਹ ਸ਼ੁਰੂ ਦੇ ਵਿੱਚ ਇਹ ਯਥਾਰਥਵਾਦੀ ਸ਼ੈਲੀ ਦੇ ਵਿੱਚ ਲਿਖਦਾ ਹੈ ਕਪੂਰ ਸਿੰਘ ਘੁੰਮਣ, ਪਰ ਬਾਅਦ ਦੇ ਵਿੱਚ ਕੁਝ ਨਵੀਆਂ ਨਾਟ ਸ਼ੈਲੀਆਂ ਨੂੰ ਵੀ ਅਪਣਾਉਂਦਾ ਹੈ। ਜਿਵੇਂ ਨਵੀਆਂ ਨਾਟ ਸ਼ੈਲੀਆਂ ਅਪਣਾਉਣ ਵਾਲਿਆਂ ਦੇ ਵਿੱਚੋਂ ਬਲਵੰਤ ਗਾਰਗੀ ਦਾ ਵਿਸ਼ੇਸ਼ ਨਾਮ ਹੈ। ਬਲਵੰਤ ਗਾਰਗੀ ਤਾਂ ਪੰਜਾਬੀ ਦਾ ਅੰਤਰਰਾਸ਼ਟਰੀ ਨਾਟਕਕਾਰ ਹੈ, ਜਿਹਦੇ ਬਾਰੇ ਆਪਾਂ ਪਿਛਲੀ ਜਮਾਤ ਦੇ ਵਿੱਚ ਗੱਲ ਕੀਤੀ ਸੀ। ਹੁਣ ਕੀ ਹੈ, ਨਵੀਆਂ ਨਾਟ ਸ਼ੈਲੀਆਂ ਦੀ ਵਰਤੋਂ ਕਰਦੇ ਹੋਏ ਸਟ੍ਰਿੰਡਬਰਗ ਜਿਹੜਾ ਨਾਟਕਕਾਰ ਹੈ ਉਸ ਦਾ ਪ੍ਰਭਾਵ ਕਬੂਲਦਾ ਹੈ। ਜਿਵੇਂ ਬੁਝਾਰਤ ਨਾਟਕ ਦੇ ਵਿੱਚ ਇਸ ਨੇ ਸਟ੍ਰਿੰਡਬਰਗ ਦਾ ਪ੍ਰਭਾਵ ਕਬੂਲਿਆ। ਸੋ ਧਿਆਨ ਰੱਖਣਾ ਵੀ ਸਟ੍ਰਿੰਡਬਰਗ ਦਾ ਪ੍ਰਭਾਵ ਕਿਹੜਾ ਨਾਟਕਕਾਰ ਹੈ ਪੰਜਾਬੀ ਸਾਹਿਤ ਦਾ ਜਿਹੜਾ ਕਬੂਲਦਾ, ਉਹਦਾ ਨਾਮ ਹੈ ਜੀ ਕਪੂਰ ਸਿੰਘ ਘੁੰਮਣ। ਇਹ ਪਹਿਲਾ ਹੈ। ਸ਼ੁਰੂ ਦੇ ਵਿੱਚ ਯਥਾਰਥਵਾਦੀ ਸ਼ੈਲੀ ਹੈ, ਬਾਅਦ ਵਿੱਚ ਸਟ੍ਰਿੰਡਬਰਗ ਦਾ ਪ੍ਰਭਾਵ ਕਿਸ ਨਾਟਕਕਾਰ ਦੇ ਉੱਪਰ ਪੈਂਦਾ ਹੈ? ਕਪੂਰ ਸਿੰਘ ਘੁੰਮਣ। ਪ੍ਰਸ਼ਨ ਨੰਬਰ 2 ਵੀ ਨਾਲ ਹੀ ਬਣਦਾ ਹੈ, ਧਿਆਨ ਰੱਖਣੇ ਆ ਤੁਸੀਂ। ਉਵੇਂ ਹੀ ਹੈ ਜਿਵੇਂ ਬਲਵੰਤ ਗਾਰਗੀ ਦੀ ਕਾਵਮਈ ਚਿੰਨਮਈ ਸ਼ੈਲੀ ਹੈ, ਚੁਸਤ ਵਾਰਤਾਲਾਪ ਹੈ। ਇਹਦੇ ਵਿੱਚ ਕੀ ਹੈ ਕਿ ਬਲਵੰਤ ਗਾਰਗੀ ਦਾ ਵੀ ਚਿੰਨਮਈ ਅਤੇ ਕਾਵਮਈ ਵਾਰਤਾਲਾਪ ਆਪਾਂ ਪੜ੍ਹਿਆ ਸੀਗਾ, ਅਤੇ ਉਵੇਂ ਹੀ ਕਪੂਰ ਸਿੰਘ ਘੁੰਮਣ ਦਾ ਚਿੰਨਮਈ ਅਤੇ ਕਾਵਮਈ ਵਾਰਤਾਲਾਪ ਹੈ। ਮਤਲਬ ਕੀ ਹੈ ਵੀ ਵਾਰਤਾਲਾਪ ਦੇ ਨਾਲ ਪਾਤਰਾਂ ਦਾ ਚਰਿੱਤਰ ਆਪਣੇ ਸਾਹਮਣੇ ਜ਼ਰੂਰ ਆਉਂਦਾ ਹੈ, ਪਰ ਪਾਤਰਾਂ ਦੀ ਜਿਹੜੀ ਵਾਰਤਾਲਾਪ ਹੈ ਉਹ ਚਿੰਨਮਈ ਤਰੀਕੇ ਦੀ ਹੈ, ਸਿੱਧੀ ਸਾਦੀ ਸਧਾਰਨ ਨਹੀਂ ਹੈ। ਚਿੰਨਮਈ ਤਰੀਕੇ ਦੇ ਨਾਲ ਉਹਨਾਂ ਨੂੰ ਕੀ ਇੱਕ ਉਹਨਾਂ ਦੇ ਵਾਰਤਾਲਾਪ ਦੁਆਰਾ ਉਹਨਾਂ ਦਾ ਕਰੈਕਟਰ ਹੈ ਜਿਹੜਾ ਉਸ ਨੂੰ ਉਗਾੜਿਆ ਗਿਆ ਹੈ। ਜਿਵੇਂ ਕਿ ਜ਼ਿੰਦਗੀ ਤੋਂ ਦੂਰ ਨਾਟਕ ਦੇ ਵਿੱਚ ਇਸਨੇ ਬਾਂਦਰਾਂ ਨੂੰ ਵੀ ਪਾਤਰ ਬਣਾਇਆ। ਨਾਟਕ ਦੇ ਵਿੱਚ ਬਾਂਦਰ ਮੰਕੀਜ਼ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਬਾਂਦਰਾਂ ਨੂੰ ਵੀ ਪਾਤਰ ਇਹਦੇ ਵਿੱਚ ਬਣਾਇਆ ਹੋਇਆ। ਜ਼ਿੰਦਗੀ ਤੋਂ ਦੂਰ ਨਾਟਕ ਦੇ ਵਿੱਚ ਇਹ ਤੁਸੀਂ ਧਿਆਨ ਰੱਖਣੀ ਹੈ। ਅਲੱਗ ਜਿਹੀ ਗੱਲ ਹੈ, ਮੈਨੂੰ ਲੱਗੀ ਵੀ ਅਲੱਗ ਹੈ, ਥੋੜ੍ਹੀ ਜਿਹੀ ਦੱਸਣੀ ਚਾਹੀਦੀ ਹੈ ਤੁਹਾਨੂੰ, ਇਸ ਕਰਕੇ ਦੱਸੀ ਹੈ। ਮੈਨੂੰ ਇੰਪੋਰਟੈਂਟ ਵੀ ਲੱਗ ਰਹੀ ਹੈ ਹੁਣ ਤਾਂ, ਕਿਉਂਕਿ ਬਾਂਦਰਾਂ ਨੂੰ ਪਾਤਰ ਬਣਾਉਣਾ ਇੱਕ ਅਲੱਗ ਜਿਹੇ ਵਿਸ਼ੇ ਦੇ ਵਿੱਚ ਆ ਜਾਂਦਾ। ਜ਼ਿੰਦਗੀ ਤੋਂ ਦੂਰ ਨਾਟਕ ਦੇ ਵਿੱਚ ਜਿਉਂਦੀ ਲਾਸ਼, ਅਤੀਤ ਦੇ ਪਰਛਾਵੇਂ, ਮਾਨਸ ਕੀ ਏਕ ਜਾਤ, ਵਿਸਮਾਦ ਨਾਦ, ਮੂਕ ਸੰਸਾਰ, ਪਾਗਲ ਲੋਕ, ਅਣਹੋਣੀ, ਜੈਲਦਾਰ, ਬੰਦ ਗਲੀ, ਬੁਝਾਰਤ, ਰਾਣੀ ਕੋਕਲਾ, ਇਹਦੇ ਸਾਰੇ ਹੈ ਨਾਟਕ। ਨਾਟਕਾਂ ਦੇ ਨਾਮ ਧਿਆਨ ਨਾਲ ਤੁਸੀਂ ਯਾਦ ਕਰਨੇ ਆ। ਅਗਰ ਕੋਈ ਟ੍ਰਿਕ ਵਗੈਰਾ ਬਣਦੀ ਹੈ, ਟ੍ਰਿਕ ਵਗੈਰਾ ਦੇ ਨਾਲ ਯਾਦ ਰੱਖਣੀ ਹੈ, ਕਿਉਂਕਿ ਪ੍ਰਸ਼ਨ ਹੈ ਜਿਹੜਾ ਉਹ ਸਿੱਧਾ ਹੀ ਆਉਂਦਾ ਹੁੰਦਾ ਹੈ। ਅਣਹੋਣੀ ਨਾਟਕ ਕਿਹਦਾ ਲਿਖਿਆ ਹੋਇਆ ਹੈ? ਜੈਲਦਾਰ ਨਾਟਕ ਕਿਹਦਾ ਲਿਖਿਆ ਹੋਇਆ ਹੈ? ਹੇਠ ਲਿਖਿਆ ਵਿੱਚੋਂ ਕਿਹੜਾ ਨਾਟਕ ਹੈ ਜੋ ਕਪੂਰ ਸਿੰਘ ਘੁੰਮਣ ਨੇ ਲਿਖਿਆ ਹੈ? ਹੇਠ ਲਿਖਿਆ ਵਿੱਚੋਂ ਕਿਹੜੀ ਰਚਨਾ ਕਪੂਰ ਸਿੰਘ ਘੁੰਮਣ ਦੀ ਨਹੀਂ ਹੈ? ਹੇਠ ਲਿਖਿਆ ਵਿੱਚੋਂ ਕਿਹੜੀ ਰਚਨਾ ਕਪੂਰ ਸਿੰਘ ਘੁੰਮਣ ਦੀ ਹੈ? ਇਹ ਤਾਂ ਹੈਗੇ ਸਧਾਰਨ ਕਿਸਮ ਦੇ ਪ੍ਰਸ਼ਨ। ਇਹਨਾਂ ਨੂੰ ਤੁਸੀਂ ਕਾਮਨ ਪ੍ਰਸ਼ਨਾਂ ਨੂੰ ਧਿਆਨ 'ਚ ਰੱਖ ਕੇ, ਕਿਉਂਕਿ ਹੁਣ ਕੀ ਹੈ ਸਥਿਤੀ ਉਹ ਨਹੀਂ ਗੀ ਤੁਹਾਡੀ ਵੀ ਤੁਹਾਨੂੰ ਕੋਈ ਦੱਸਣਾ ਪਵੇ ਨਵੇਂ ਸਿਰੇ ਤੋਂ। ਮਤਲਬ ਜਿਹੜਾ ਕੋਈ ਲੈਕਚਰਾਰ ਦੀ ਤਿਆਰੀ ਕਰ ਰਿਹਾ ਸੈਕੰਡ ਗ੍ਰੇਡ ਦੀ, ਤੁਸੀਂ ਇਸ ਤਰ੍ਹਾਂ ਦੇ ਹੋ ਜਿਨ੍ਹਾਂ ਨੇ 2-2 3-3 ਐਗਜ਼ਾਮ ਹੈ ਜਿਹੜੇ ਉਹ ਪਹਿਲਾਂ ਦਿੱਤੇ ਹੋਏ ਆ। ਫਰੈਸ਼ਰ ਤੁਹਾਡੇ 'ਚੋਂ ਕੋਈ ਵੀ ਨਹੀਂ ਗਾ। ਇਸ ਕਰਕੇ ਥੋੜ੍ਹਾ ਜਿਹਾ ਕਾਮਨ ਪ੍ਰਸ਼ਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ, ਮੈਂ ਵੀ ਕਾਮਨ ਪ੍ਰਸ਼ਨਾਂ ਨੂੰ ਧਿਆਨ 'ਚ ਰੱਖਦਾ ਹੁੰਦਾ ਜਦੋਂ ਮੈਂ ਨੋਟਸ ਬਣਾਉਣਾ। ਫਾਲਤੂ ਗੱਲ ਮੈਂ ਕੋਈ ਨਹੀਂ ਲਿਖਦਾ ਹੁੰਦਾ। ਮੈਨੂੰ ਇਹ ਹੁੰਦਾ ਵੀ ਵਿਦਿਆਰਥੀ ਤੱਕ ਡਾਇਰੈਕਟ ਆਪਾਂ ਜਿਹੜਾ ਪੂਰਾ ਮਤਲਬ ਜਿਹੜੀ ਚੀਜ਼ ਪਹੁੰਚਾਉਣੀ ਚਾਹੁੰਦਾ ਮੈਂ ਉਹ ਹੀ ਪਹੁੰਚੇ, ਉਸ ਤੋਂ ਇਲਾਵਾ ਨਹੀਂ ਕੁਛ ਵੀ। ਜ਼ਿੰਦਗੀ ਤੋਂ ਦੂਰ, ਜਿਉਂਦੀ ਲਾਸ਼, ਅਤੀਤ ਦੇ ਪਰਛਾਵੇਂ, ਮਾਨਸ ਕੀ ਏਕ ਜਾਤ, ਵਿਸਮਾਦ ਨਾਦ, ਮੂਕ ਸੰਸਾਰ, ਪਾਗਲ ਲੋਕ, ਅਣਹੋਣੀ, ਜੈਲਦਾਰ, ਬੰਦ ਗਲੀ, ਬੁਝਾਰਤ, ਰਾਣੀ ਕੋਕਲਾ। ਇਹਦੇ ਵਿੱਚੋਂ ਆ ਜ਼ਿੰਦਗੀ ਤੋਂ ਦੂਰ, ਜਿਉਂਦੀ ਲਾਸ਼, ਅਤੀਤ ਦੇ ਪਰਛਾਵੇਂ, ਮਾਨਸ ਕੀ ਏਕ ਜਾਤ, ਵਿਸਮਾਦ ਨਾਦ ਅਤੇ ਪਾਗਲ ਲੋਕ, ਬੁਝਾਰਤ, ਇਹ ਹੈ ਜਿਹੜੇ ਇੱਕ ਰਾਣੀ ਕੋਕਲਾ। ਇਹ ਹੈ ਜਿਹੜੇ ਇਹਦੇ ਨਾਟਕ ਅਲੱਗ ਹੈ, ਮਤਲਬ ਵੱਖਰੇ ਜਿਹੇ ਨਾਟਕ ਹੈ। ਇਹਨਾਂ ਦੇ ਨਾਮ ਤੁਸੀਂ ਚੇਤੇ ਰੱਖਣੇ ਆ। ਇਕਾਂਗੀ ਸੰਗ੍ਰਹਿ ਕਿਹੜੇ ਕਿਹੜੇ ਆ ਦੇਖ ਲਓ। ਇੱਕ ਤਾਂ ਹੈਗਾ ਗਲਤ ਕੀਮਤਾਂ, ਦੋ ਜੋਤਾਂ ਦੋ ਮੂਰਤਾਂ, ਪੰਜਾਬ ਇਕਾਂਗੀ ਸੰਗ੍ਰਹਿ ਜਿਹੜਾ ਉਹ ਕਪੂਰ ਸਿੰਘ ਘੁੰਮਣ ਦਾ ਹੈ। ਕਵੀ ਅਤੇ ਕਵਿਤਾ, ਝੁੰਗਲ ਮਾਟਾ, ਕੱਚ ਦੇ ਗਜਰੇ, ਇਹ ਆ ਜਿਹੜੇ ਤੁਸੀਂ ਸਾਰੇ ਇਕਾਂਗੀ ਸੰਗ੍ਰਹਿ ਵੀ ਧਿਆਨ ਦੇ ਵਿੱਚ ਰੱਖਣੇ। ਨਾਮ ਫਿਰ ਆਪਾਂ ਦੁਹਰਾ ਲਈਏ, ਮੇਰੇ ਵੀ ਸ਼ਾਇਦ ਯਾਦ ਰਹਿਣ ਲੱਗ ਜਾਣ। ਗਲਤ ਕੀਮਤਾਂ, ਦੋ ਜੂਤਾਂ ਦੋ ਮੂਰਤਾਂ, ਪੰਜਾਬ, ਕਵੀ ਅਤੇ ਕਵਿਤਾ, ਝੁੰਗਲ ਮਾਟਾ ਅਤੇ ਕੱਚ ਦੇ ਗਜਰੇ। ਮਨੋਵਿਗਿਆਨਿਕ ਵਿਸ਼ਿਆਂ ਨੂੰ ਲੈ ਕੇ ਆਪਣੇ ਨਾਟਕ ਦੀ ਰਚਨਾ ਸ਼ੈਲੀ ਨੂੰ ਇਹ ਲਿਖਦਾ ਹੈ, ਅੱਗੇ ਤੋਰਦਾ ਹੈ। ਨਾਟਕ ਲਿਖਣ ਦੇ ਤਰੀਕੇ ਦੇ ਵਿੱਚ ਮਨੋਵਿਗਿਆਨਿਕ ਸ਼ੈਲੀ ਇਸ ਦੇ ਵਿੱਚ ਮਿਲਦੀ ਹੈ। ਜਿਵੇਂ ਬਲਵੰਤ ਗਾਰਗੀ ਵੀ ਮਨੋਵਿਗਿਆਨਿਕ ਸ਼ੈਲੀ 'ਤੇ ਲਿਖਣ ਵਾਲਾ ਹੈ, ਉਵੇਂ ਹੀ ਕਪੂਰ ਸਿੰਘ ਘੁੰਮਣ ਵੀ ਮਨੋਵਿਗਿਆਨਿਕ ਵਿਸ਼ਿਆਂ, ਮਨੋਵਿਗਿਆਨਿਕ ਸ਼ੈਲੀ ਨੂੰ ਆਧਾਰ ਬਣਾ ਕੇ ਆਪਣੇ ਨਾਟਕਾਂ ਦੀ ਰਚਨਾ ਕਰਦਾ ਹੈ। ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਮਨੋਵਿਗਿਆਨਿਕ ਵਿਸ਼ਾ
ਜਿਉਂਦੀ ਲਾਸ਼ ਹੈ ਜਿਹੜਾ ਇਹ 1966 ਦੇ ਵਿੱਚ ਪਹਿਲਾ ਪੂਰਾ ਨਾਟਕ ਹੈ ਇਹਦਾ। ਜਿਉਂਦੀ ਲਾਸ਼ 1966 ਦੇ ਵਿੱਚ ਲਿਖਿਆ ਗਿਆ ਪਹਿਲਾ ਪੂਰਾ ਨਾਟਕ ਹੈ, ਪੂਰਾ ਜਿਹੜਾ ਪ੍ਰੋਪਰ ਪੂਰਾ ਹੈ। ਦੇਸ਼ ਵੰਡ ਦਾ ਕਤਲੇਆਮ ਇਸ ਨਾਟਕ ਦੇ ਵਿੱਚ ਦਿੱਤਾ ਹੋਇਆ। 1947 ਦੇ ਫਸਾਦਾਂ ਦਾ ਦੇਸ਼ ਵੰਡ ਕਦੋਂ ਹੋਇਆ ਸਾਡਾ 1947 1947 ਦੇ ਵਿੱਚ ਦੇਸ਼ ਵੰਡ ਹੁੰਦਾ, ਜਦੋਂ ਉਹਨੂੰ ਲੈ ਕੇ ਇੱਧਰ ਦੇ ਲੋਕ ਵੀ ਕਤਲ ਕਰਦੇ ਆ, ਉਹਨਾਂ ਲੋਕਾਂ ਦਾ ਉੱਧਰ ਸਾਡੇ ਵਾਲੇ ਲੋਕਾਂ ਦਾ ਕਤਲ ਕਰਦੇ ਆ, ਹੈ ਨਾ। ਸੋ ਉਹ ਜਿਹੜੇ ਕਤਲੇਆਮ ਨੂੰ ਇਸ ਨਾਟਕਾਂ ਦੇ ਵਿੱਚ ਦ੍ਰਿਸ਼ ਦੇ ਰੂਪ ਵਿੱਚ ਲਿਆ ਗਿਆ ਹੈ। ਜਿਉਂਦੀ ਲਾਸ਼ ਦੇ ਵਿੱਚ ਉਧਾਲੀ ਹੋਈ ਕੁੜੀ, ਉਧਾਲੀ ਹੋਈ ਕੁੜੀ ਇਕਾਂਗੀ ਹੈ, ਧਿਆਨ ਰੱਖਿਓ। ਪਹਿਲਾ ਪੂਰਾ ਨਾਟਕ ਹੈ ਜਿਹੜਾ ਉਹ ਜਿਉਂਦੀ ਲਾਸ਼ ਹੈ 1966 ਦੇ ਵਿੱਚ ਲਿਖਿਆ ਗਿਆ। ਉਧਾਲੀ ਹੋਈ ਕੁੜੀ ਹੈ ਜਿਹੜਾ 1952 ਦੇ ਵਿੱਚ ਲਿਖਿਆ ਗਿਆ, ਇਕਾਂਗੀ ਹੈ। ਇਹ ਮਤਲਬ ਕੀ ਹੈ ਵੀ ਅਲੱਗ ਜਿਹਾ ਵਿਸ਼ਾ ਦੇਖੋ। ਪਾਕਿਸਤਾਨ ਤੋਂ ਉਧਾਲ ਕੇ ਲਿਆਂਦੀ ਕੁੜੀ ਸਲਮਾ ਹੈ ਜੋ ਦੁਬਾਰਾ ਪਾਕਿਸਤਾਨ ਭੇਜਣ ਦੇ ਡਰ ਤੋਂ ਸਹਿਮੀ ਫਿਰਦੀ ਹੈ। ਇਹਦੇ ਵਿੱਚ ਉਸ ਨੂੰ ਕੀ ਹੈ ਵੀ ਕੋਈ ਉਧਾਲ ਕੇ ਉੱਧਰੋਂ, ਉਧਾਲਣ ਦਾ ਮਤਲਬ ਹੁੰਦਾ ਭਜਾ ਕੇ ਲਿਆਉਣਾ, ਲੈ ਕੇ ਆਉਂਦਾ ਹੈ, ਪਰ ਬਾਅਦ ਦੇ ਵਿੱਚ ਜਦੋਂ ਪਾਰਟੀਸ਼ਨ ਦੀ ਸਥਿਤੀ ਹੁੰਦੀ ਹੈ ਉਸ ਸਥਿਤੀ ਦੇ ਵਿੱਚ ਉਸ ਕੁੜੀ ਨੂੰ ਵਾਪਸ ਪਾਕਿਸਤਾਨ ਜਾਣਾ ਹੁੰਦਾ। ਉਹ ਉਸ ਡਰ ਤੋਂ ਸਹਿਮੀ ਫਿਰਦੀ ਹੈ ਕਿ ਮੈਂ ਪਾਕਿਸਤਾਨ ਨਹੀਂ ਜਾਣਾ ਹੈ। ਸਲਮਾ। ਬੁਝਾਰਤ ਹੈ ਜਿਹੜਾ, ਬੁਝਾਰਤ ਇਕਾਂਗੀ ਜਿਹੜਾ ਹੈਗਾ ਇਹਦਾ ਪ੍ਰਸਿੱਧ ਹੈ, ਇਹਦੇ ਵਿੱਚ ਤੁਸੀਂ ਧਿਆਨ ਰੱਖਣਾ ਹੈ। ਬੁਝਾਰਤ ਨਾਟਕ ਇਹਦੇ ਵਿੱਚ ਇਹ ਖਾਸ ਕਰਕੇ ਇੰਪੋਰਟੈਂਟ ਹੈ, ਇਹਦੀ ਗੱਲ ਤੁਸੀਂ ਚੇਤੇ ਰੱਖਣੀ ਹੈ। ਔਰਤ ਮਰਦ ਦੇ ਆਪਸੀ ਜਿਨਸੀ ਆਕਰਸ਼ਣ ਦੀ ਪੇਸ਼ਕਾਰੀ ਕੀਤੀ ਹੈ। ਔਰਤ ਤੇ ਮਰਦ ਦੇ ਆਪਸ ਉਹਨਾਂ ਦੇ ਸਰੀਰਕ ਆਕਰਸ਼ਣ ਜਿਹੜੀ ਉਸ ਦੀ ਪੇਸ਼ਕਾਰੀ ਇਸ ਨਾਟਕ ਦੇ ਵਿੱਚ ਹੋਈ ਹੈ। ਪਤਾ ਲੱਗਦਾ ਇਸ ਗੱਲ ਤੋਂ ਕਿ ਕਪੂਰ ਸਿੰਘ ਘੁੰਮਣ ਹੈ ਜਿਹੜਾ ਉਹ ਮਨੋਵਿਗਿਆਨਿਕ ਸ਼ੈਲੀ ਨੂੰ ਹੀ ਵਰਤਦਾ ਹੈ। ਕਿਉਂਕਿ ਜਿਹੜਾ ਜਿਨਸੀ ਸੰਬੰਧ ਹੈ, ਜਿਹੜੇ ਜਾਂ ਜਿਨਸੀ ਆਕਰਸ਼ਣ ਨੇ, ਇਹ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਰਿਲੇਸ਼ਨ ਜਿਹੜੇ ਹੈ, ਤਾਂ ਉਹ ਕੀ ਹੈ ਫਿਜ਼ੀਕਲ ਰਿਲੇਸ਼ਨ ਵਗੈਰਾ ਜਿਹਦੇ ਨਾਮ ਆਪਾਂ ਅੰਗਰੇਜ਼ੀ 'ਚ ਲੈਂਦੇ ਹਾਂ, ਉਹ ਹੈ ਜਿਹੜਾ ਉਹ ਕੀ ਹੈ ਕਪੂਰ ਸਿੰਘ ਘੁੰਮਣ ਦੇ ਇਸ ਨਾਟਕ ਦੇ ਵਿੱਚ ਬੁਝਾਰਤ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਅਤੀਤ ਦੇ ਪਰਛਾਵੇਂ 1967 ਦੇ ਵਿੱਚ ਇਹ ਲਿਖਿਆ ਗਿਆ ਨਾਟਕ ਹੈ। ਇੱਕ ਅਪਰਾਧੀ ਵਿਅਕਤੀ ਹੈ ਜੋ ਅਪਰਾਧ ਕਰ ਬੈਠਦਾ ਹੈ, ਹਾਲਾਂਕਿ ਉਹ ਪੁਲਿਸ ਕਾਨੂੰਨ ਵਗੈਰਾ ਤੋਂ ਬਚ ਜਾਂਦਾ ਹੈ, ਪਰ ਫਿਰ ਵੀ ਉਸ ਦਾ ਅਪਰਾਧ ਬੋਧ ਹੈ ਜਿਹੜਾ ਉਸ ਨੂੰ ਜਿਉਣ ਨਹੀਂ ਦਿੰਦਾ। ਉਸ ਦਾ ਨਿਰੂਪਣ ਕੀਤਾ ਗਿਆ ਹੈ। ਮਤਲਬ ਕੀ ਹੈ ਕਿ ਜੋ ਅਪਰਾਧੀ ਬੰਦਾ ਹੈ ਉਸ ਦੇ ਮਨ ਦੇ ਵਿੱਚ ਜੋ ਪਛਤਾਵਾ ਹੈ ਉਸ ਨੂੰ ਨਿਰੂਪਣ ਕੀਤਾ ਗਿਆ ਹੈ। ਹਾਲਾਂਕਿ ਅਪਰਾਧ ਕਰਨ ਤੋਂ ਬਾਅਦ ਉਹ ਕਾਨੂੰਨ ਤੋਂ, ਪੁਲਿਸ ਤੋਂ, ਇਸ ਸਾਰੀਆਂ ਚੀਜ਼ਾਂ ਤੋਂ ਬਚ ਵੀ ਜਾਂਦਾ ਹੈ, ਸਜ਼ਾ ਤੋਂ ਬਚ ਵੀ ਜਾਂਦਾ ਹੈ। ਇਸ ਦੇ ਬਾਵਜੂਦ ਵੀ ਉਹ ਇੱਕ ਮਾਨਸਿਕ ਸੰਤਾਪ, ਮਾਨਸਿਕ ਸਜ਼ਾ ਭੁਗਤਦਾ ਹੈ। ਉਸ ਦਾ ਇਸ ਨਾਟਕ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ। ਅਤੀਤ ਦੇ ਪਰਛਾਵੇਂ, ਅਤੀਤ ਪਾਸਟ ਨੂੰ ਕਿਹਾ ਜਾਂਦਾ ਹੈ। ਪਤਾ ਲੱਗਦਾ ਹੈ ਨਾ ਕਿ ਉਹ ਅਪਰਾਧੀ ਵਿਅਕਤੀ ਨੇ ਪਾਸਟ ਦੇ ਵਿੱਚ ਕੋਈ ਅਪਰਾਧ ਕੀਤਾ ਸੀ ਜੋ ਵਾਰ-ਵਾਰ ਉਸ ਦੇ ਸਾਹਮਣੇ ਆ ਰਿਹਾ, ਉਸ ਦੀ ਮਾਨਸਿਕਤਾ ਦੇ ਵਿੱਚੋਂ ਜਾ ਨਹੀਂ ਰਿਹਾ, ਉਸ ਦੇ ਜ਼ਿਹਨ ਵਿੱਚ ਇੱਕ ਚਿੰਨ੍ਹ ਬਣ ਕੇ ਛੁਪਿਆ ਹੋਇਆ ਹੈ। ਜ਼ਿੰਦਗੀ ਤੋਂ ਦੂਰ ਨਾਟਕ ਦੇ ਵਿੱਚ 1966 ਦੇ ਵਿੱਚ ਲਿਖਿਆ ਗਿਆ ਕਾਮ ਦੁਆਰਾ ਸੰਚਾਲਿਤ ਪ੍ਰੇਮ ਦਾ ਵਰਣਨ, ਜਿਸ ਵਿੱਚ ਵਿਅਕਤੀ ਵਿਸ਼ੇਸ਼ ਦੀ ਤਮੀਜ਼ ਖਤਮ ਹੋ ਜਾਂਦੀ ਹੈ। ਇਹ ਨਾਟਕ ਹੈ ਜਿਹੜਾ ਇਸ ਦੇ ਵਿੱਚ ਲਿਖਿਆ ਗਿਆ ਕਿ ਕਾਮ ਜਿਹੜਾ ਹੈ ਉਹ ਕੀ ਹੈ ਕਿ ਉਹ ਇਸ ਤਰ੍ਹਾਂ ਦਾ ਮਤਲਬ ਕੀ ਹੈ ਵੀ ਉਹ ਬੰਦੇ ਨੂੰ ਬਦਤਮੀਜ਼ ਬਣਾ ਦਿੰਦਾ ਹੈ। ਕਹਿਣ ਦਾ ਮਤਲਬ ਵੀ ਇਸ ਜਗ੍ਹਾ 'ਤੇ ਉਸ ਕਾਮ ਦੁਆਰਾ ਸੰਚਾਲਿਤ ਪ੍ਰੇਮ ਦਾ ਵਰਣਨ ਕੀਤਾ ਗਿਆ ਹੈ। ਇਹ ਵੀ ਇੱਕ ਮਨੋਵਿਗਿਆਨਿਕ ਵਿਸ਼ਾ ਹੈ ਜਿਹਦੇ ਵਿੱਚ ਵਿਅਕਤੀ ਵਿਸ਼ੇਸ਼ ਦੀ ਤਮੀਜ਼ ਜਿਹੜੀ ਹੁੰਦੀ ਹੈ ਉਸ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਇਹ ਆ ਜਿਹੜਾ ਦੇਖੋ ਨਾਟਕਾਂ ਵਿੱਚ ਦਰਸ਼ਕਾਂ ਦੇ ਨਾਟਕੀ ਭਰਮ ਨੂੰ ਬਾਰ-ਬਾਰ ਤੋੜਦਾ ਹੈ। ਕਪੂਰ ਸਿੰਘ ਘੁੰਮਣ ਹੈ ਜਿਹੜਾ ਉਹ ਆਪਣੇ ਨਾਟਕਾਂ ਦੇ ਵਿੱਚ ਬਾਰ-ਬਾਰ ਇਹ ਗੱਲ ਦੁਹਰਾਉਂਦਾ ਹੈ, ਬਾਰ-ਬਾਰ ਇਸ ਗੱਲ ਦਾ ਪ੍ਰਗਟਾਵਾ ਕਰਦਾ ਹੈ। ਸਿੱਧੇ ਤੌਰ 'ਤੇ ਕੀ ਪ੍ਰਗਟਾਵਾ ਕਰਦਾ ਹੈ ਕਿ ਇਹ ਨਾਟਕ ਹੈ, ਇਹ ਅਸਲ ਜ਼ਿੰਦਗੀ ਨਹੀਂ ਹੈ। ਇਹਨੂੰ ਕਿਹਾ ਜਾਂਦਾ ਦਰਸ਼ਕਾਂ ਦੇ ਭਰਮ ਨੂੰ ਵਾਰੀ-ਵਾਰੀ ਤੋੜਨਾ। ਆਪਾਂ ਮੰਨ ਲਓ ਕੋਈ ਫਿਲਮ ਦੇਖਦੇ ਹੋਈਏ, ਆਪਾਂ ਨੂੰ ਲੱਗੇ ਵੀ ਇਹ ਤਾਂ ਸੱਚੀ ਗੱਲ ਹੈ ਨਾ, ਆਪਾਂ ਸੱਚੀ ਉਸ ਨੂੰ ਸੱਚੀ ਸੋਚੀਏ ਵੀ ਇਹ ਸੱਚੀ ਘਟਨਾ ਹੈ ਜਾਂ ਕਿਵੇਂ ਵੀ ਲਾ ਲਓ, ਕੋਈ ਹੋਵੇ ਕਾਲਪਨਿਕ ਹੀ ਚੀਜ਼, ਪਰ ਵਾਰ-ਵਾਰ ਮਤਲਬ ਕਪੂਰ ਸਿੰਘ ਘੁੰਮਣ ਦੇ ਵੀ ਨਾਟਕ ਹੈ ਜਿਹੜੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਲੱਗਦਾ ਵੀ ਕਿ ਇਹ ਸੱਚੇ ਹੈ, ਪਰ ਉਹ ਕਪੂਰ ਸਿੰਘ ਘੁੰਮਣ ਵਾਰੀ-ਵਾਰੀ ਉਸ ਨੂੰ ਦਰਸ਼ਕਾਂ ਦੇ ਭਰਮ ਨੂੰ ਤੋੜਦਾ ਵੀ ਨਹੀਂ ਇਹ ਨਾਟਕ ਹੈ, ਇਹ ਅਸਲ ਨਹੀਂ ਹੈ। ਪਰ ਉਸ ਨੂੰ ਕਿਹਾ ਜਾਂਦਾ ਹੈ ਬ੍ਰੈਖਟ ਦਾ ਵਿੱਥ ਸਿਧਾਂਤ ਦੀ ਸਥਾਪਨਾ ਕਰਦਾ ਹੈ। ਬ੍ਰੈਖਟ ਦਾ ਵਿੱਥ ਸਿਧਾਂਤ ਹੈ, ਵਿੱਥ ਪੈ ਜਾਣੀ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਵਿੱਥ, ਜਗ੍ਹਾ ਬਚ ਜਾਣੀ, ਵਿੱਥ ਜਿਵੇਂ ਮੰਨ ਲਓ ਆ ਮੇਰਾ ਇੱਕ ਹੱਥ ਇੱਧਰ ਹੈ, ਇੱਕ ਇੱਧਰ, ਆ ਜਗ੍ਹਾ ਦੇ ਵਿੱਚ ਜਿਹੜੀ ਇਹਨਾਂ ਦੋਵਾਂ ਹੱਥਾਂ ਦੇ ਵਿੱਚ ਜਿਹੜੀ ਜਗ੍ਹਾ ਹੈ ਇਸ ਨੂੰ ਕਿਹਾ ਜਾਂਦਾ ਵਿੱਥ।
ਸੋ ਇਹ ਵਿੱਥ ਸਿਧਾਂਤ ਹੈ ਜਿਹੜਾ ਉਹ ਬ੍ਰੈਖਟ ਦਾ ਸਿਧਾਂਤ ਦਿੱਤਾ ਹੋਇਆ ਪੰਜਾਬੀ ਨਾਟਕਾਂ ਦੇ ਵਿੱਚ। ਔਰ ਇਸ ਨੂੰ ਕਿਹਨੇ ਅਪਣਾਇਆ? ਇਹ ਕਪੂਰ ਸਿੰਘ ਘੁੰਮਣ ਨੇ, ਕਿਉਂਕਿ ਦਰਸ਼ਕਾਂ ਦੇ ਨਾਟਕੀ ਭਰਮ ਨੂੰ ਬਾਰ-ਬਾਰ ਤੋੜਨ ਨੂੰ ਹੀ ਵਿੱਥ ਸਿਧਾਂਤ ਕਿਹਾ ਜਾਂਦਾ ਹੈ। ਸੋ ਇਹ ਹੈ ਜਿਹੜਾ ਇਹ ਕਪੂਰ ਸਿੰਘ ਘੁੰਮਣ ਉਸ ਨਾਟਕ ਦੇ ਉਹ ਦਰਸ਼ਕਾਂ ਦੇ ਭਰਮ ਨੂੰ, ਨਾਟਕੀ ਭਰਮ ਨੂੰ ਬਾਰ-ਬਾਰ ਤੋੜਦਾ ਹੈ, ਬ੍ਰੈਖਟ ਦੇ ਵਿੱਥ ਸਿਧਾਂਤ ਨੂੰ ਸਥਾਪਿਤ ਕਰਕੇ, ਬ੍ਰੈਖਟ ਦੇ ਵਿੱਥ ਸਿਧਾਂਤ ਨੂੰ ਅਪਣਾ ਕੇ। ਪਾਗਲ ਲੋਕ 1981 ਦੇ ਵਿੱਚ ਲਿਖਿਆ ਗਿਆ। ਪਾਗਲ ਲੋਕ ਹੈ ਜਿਹੜਾ ਨਾਟਕ 1981 ਦੇ ਵਿੱਚ ਲਿਖਿਆ ਗਿਆ। ਸਨ ਤੁਸੀਂ ਚੇਤੇ ਰੱਖਣਾ, ਪਾਗਲ ਲੋਕ ਨਾਟਕ 1981 ਦੇ ਵਿੱਚ ਲਿਖਿਆ ਗਿਆ, ਪਰ ਇਸ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ 3 ਸਾਲ ਬਾਅਦ ਮਤਲਬ 1984 ਦੇ ਵਿੱਚ ਮਿਲਦਾ ਹੈ। ਇਹ ਗੱਲ ਯਾਦ ਰੱਖਣੀ ਹੈ ਤੁਸੀਂ। 1981 ਦੇ ਵਿੱਚ ਲਿਖਿਆ ਗਿਆ ਪਾਗਲ ਲੋਕ, ਪਰ ਉਸ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ 1984 ਦੇ ਵਿੱਚ ਮਿਲਦਾ ਹੈ। ਨੰਦਾ ਨੂੰ ਕਲਾ ਦਾ ਗੁਰੂ ਮੰਨਦਾ ਸੀ, ਉਸ ਤੋਂ ਪ੍ਰੇਰਣਾ ਵੀ ਲਈ ਇਸ ਨੇ, ਬਹੁਤ ਇੰਪੋਰਟੈਂਟ ਹੈ। ਈਸ਼ਵਰ ਚੰਦਰ ਨੰਦਾ ਨੂੰ ਲੈ ਕੇ ਵੀ ਪ੍ਰਸ਼ਨ ਬਣਦਾ ਹੈ ਤੇ ਕਪੂਰ ਸਿੰਘ ਘੁੰਮਣ ਨੂੰ ਲੈ ਕੇ ਵੀ ਪ੍ਰਸ਼ਨ ਬਣਦਾ ਹੈ। ਮਤਲਬ ਕੀ ਹੈ ਕਿ ਨੰਦਾ ਨੂੰ ਕਲਾ ਗੁਰੂ ਮੰਨਣ ਵਾਲਾ ਕੌਣ ਸੀ? ਕਪੂਰ ਸਿੰਘ ਘੁੰਮਣ। ਕਪੂਰ ਸਿੰਘ ਘੁੰਮਣ ਕਲਾ ਗੁਰੂ ਕਿਸ ਨੂੰ ਮੰਨਦਾ ਸੀ? ਈਸ਼ਵਰ ਚੰਦਰ ਨੰਦਾ ਨੂੰ। ਕਪੂਰ ਸਿੰਘ ਘੁੰਮਣ ਕਿਸ ਤੋਂ ਪ੍ਰੇਰਿਤ ਸੀ? ਈਸ਼ਵਰ ਚੰਦਰ ਨੰਦਾ ਤੋਂ। ਇਹ ਚੇਤੇ ਰੱਖਣੀਆਂ ਤੁਸੀਂ ਗੱਲਾਂ, ਬਹੁਤ ਇੰਪੋਰਟੈਂਟ ਪ੍ਰਸ਼ਨ ਬਣਦਾ ਇੱਥੇ। ਤੁਸੀਂ ਤਾਂ ਐਂ ਹੀ ਕਹਿ ਦੇਣਾ ਵੀ ਮਨੋਵਿਗਿਆਨਿਕ ਵਿਸ਼ੇ ਹੈ, ਕਿਉਂਕਿ ਗੱਲ ਪ੍ਰਸ਼ਨ ਗਲਤ ਕਿਵੇਂ ਹੋ ਜਾਂਦੇ ਆ ਆਪਣੇ। ਹੁਣ ਬਲਵੰਤ ਗਾਰਗੀ ਮਨੋਵਿਗਿਆਨਿਕ ਵਿਸ਼ਿਆਂ ਨੂੰ ਲੈ ਕੇ ਲਿਖਦਾ ਹੈ। ਬਲਵੰਤ ਗਾਰਗੀ ਦੀ ਸ਼ੈਲੀ ਵਿਧੀ ਲਿਖਣ ਦੀ ਕੀ ਹੈ? ਚਿੰਨਮਈ ਹੈ, ਕਾਵਮਈ ਸ਼ੈਲੀ ਹੈ। ਕਪੂਰ ਸਿੰਘ ਘੁੰਮਣ ਦੀ ਵੀ ਉਹੀ ਹੈ ਵੀ ਕਾਵਮਈ ਚਿੰਨ ਸ਼ੈਲੀ ਹੈ। ਕਪੂਰ ਸਿੰਘ ਘੁੰਮਣ ਦੇ ਵਿਸ਼ੇ ਵੀ ਮਨੋਵਿਗਿਆਨਿਕ ਆ। ਆਪਾਂ ਸੋਚ ਲੈਂਦੇ ਹਾਂ ਵੀ ਇਹ ਤਾਂ ਇੱਕੋ ਜਿਹੇ ਹੋ ਗਏ, ਇਹਦਾ ਮਤਲਬ ਬਲਵੰਤ ਗਾਰਗੀ ਤੋਂ ਪ੍ਰੇਰਣਾ ਲਈ ਹੋਊਗੀ। ਪ੍ਰਸ਼ਨ ਐਵੇਂ ਗਲਤ ਹੁੰਦੇ ਆ ਆਪਣੇ। ਹੁਣ ਇੱਥੇ ਸਪਸ਼ਟ ਤੁਹਾਨੂੰ ਸ਼ਰੇਆਮ ਦੱਸਤਾ, ਮਤਲਬ ਵੀ ਨੰਦਾ ਨੂੰ ਕਲਾ ਗੁਰੂ ਮੰਨਦਾ ਤੇ ਉਸੇ ਤੋਂ ਪ੍ਰੇਰਣਾ ਲਈ ਹੈ। ਜਿਉਂਦੀ ਲਾਸ਼ ਜਿਹੜਾ ਇਹਦਾ ਨਾਟਕ ਹੈ, ਪਹਿਲੀ ਵਾਰ ਮਨੁੱਖੀ ਹੱਡੀਆਂ ਦੇ ਪਿੰਜਰ ਨੂੰ ਪਿਛੋਕੜ ਦੇ ਵਿੱਚ ਦਰਸਾ ਕੇ ਵਿਸ਼ੇਸ਼ ਪ੍ਰਭਾਵ ਉਜਾਗਰ ਕੀਤਾ ਹੈ। ਮਨੁੱਖੀ ਹੱਡੀਆਂ ਦਾ ਜਿਹੜਾ ਪਿੰਜਰ ਹੀ ਰਹਿ ਜਾਂਦਾ ਜਦੋਂ ਸਰੀਰ ਨਾਲੋਂ ਆਤਮਾ ਮਾਸ ਅੱਡ ਹੋ ਜੇ, ਹੈ ਨਾ, ਤੇ ਉਹ ਪਿੰਜਰ ਹੁੰਦਾ ਹੈ ਨਾ। ਉਹ ਪਿੰਜਰ ਹੈ ਜਿਹੜਾ ਉਸ ਨੂੰ ਪਿਛੋਕੜ ਦੇ ਵਿੱਚ, ਬੈਕਗਰਾਊਂਡ ਦੇ ਵਿੱਚ ਦਰਸਾਇਆ ਗਿਆ। ਉਸ ਹੱਡੀਆਂ ਦੇ ਪਿੰਜਰ ਨੂੰ ਵਿਸ਼ੇਸ਼ ਪ੍ਰਭਾਵ ਉਜਾਗਰ ਕੀਤਾ। ਜਿਉਂਦੀ ਲਾਸ਼ ਹੀ ਹੁੰਦੇ ਆ ਨਾ, ਕਈ ਬੰਦੇ ਜਿਉਂਦੀ ਲਾਸ਼ ਬਣ ਜਾਂਦੇ ਆ, ਹੈ ਨਾ। ਸੋ ਇਹ ਵੀ ਇੱਕ ਇਹ ਪਿੰਜਰ ਹੈ ਜਿਹੜਾ, ਇਹ ਇੱਕ ਮਰੀ ਹੋਈ ਲਾਸ਼ ਹੁੰਦੀ ਹੈ ਨਾ। ਇਸ ਨੂੰ ਪਿਛੋਕੜ ਦੇ ਵਿੱਚ ਰੱਖ ਕੇ ਅਸਲ ਜ਼ਿੰਦਗੀ ਦਾ ਜਿਹੜਾ ਹੈ ਕਹਾਣੀ, ਉਹ ਇਸ ਨੂੰ ਜਿਉਂਦੀ ਲਾਸ਼ ਨਾਟਕ ਦੇ ਅਧੀਨ ਦਰਸਾਈ ਗਈ ਹੈ। ਕਲਾਕਾਰ ਸੇਖੋਂ ਸੈਲ ਪੱਥਰ ਗਾਰਗੀ ਤੋਂ ਬਾਅਦ ਕਲਾ ਦੇ ਵਿਸ਼ੇ ਉੱਤੇ ਲਿਖਿਆ ਗਿਆ ਤੀਜਾ ਨਾਟਕ ਜਿਉਂਦੀ ਲਾਸ਼ ਹੈ। ਧਿਆਨ ਰੱਖਣਾ ਤੁਸੀਂ, ਬਹੁਤ ਇੰਪੋਰਟੈਂਟ ਪ੍ਰਸ਼ਨ ਬਣਦਾ ਇੱਥੇ ਪ੍ਰਸ਼ਨ ਨਿਕਲਦੇ ਆ ਤਿੰਨ। ਦੇਖੋ, ਕਲਾ ਦੇ ਵਿਸ਼ੇ ਉੱਤੇ, ਕਲਾ ਆਰਟ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿ ਦਿੰਦੇ ਹਾਂ, ਆਰਟ ਦੇ ਵਿਸ਼ੇ, ਕਲਾ ਦੇ ਵਿਸ਼ੇ ਉੱਤੇ ਕਿਹਦੇ ਨਾਟਕ ਲਿਖੇ ਗਏ ਆ? ਦੇਖੋ, ਕਲਾ ਦੇ ਵਿਸ਼ੇ ਉੱਤੇ ਸੇਖੋਂ ਦਾ ਲਿਖਿਆ ਗਿਆ ਨਾਟਕ ਕਿਹੜਾ ਹੈ ਜੀ? ਕਲਾਕਾਰ। ਕਲਾ ਦੇ ਵਿਸ਼ੇ ਉੱਤੇ ਬਲਵੰਤ ਗਾਰਗੀ ਦਾ ਕਿਹੜਾ ਲਿਖਿਆ ਹੋਇਆ ਨਾਟਕ ਹੈ ਜੀ? ਸੈਲ ਪੱਥਰ। ਉੱਥੇ ਨਹੀਂ ਤੁਹਾਨੂੰ ਦੱਸਿਆ ਸੀ ਮੈਂ, ਆਹ ਵੇਖ ਲਓ ਇੱਥੇ ਗੱਲ ਐਡ ਕੀਤੀ ਹੈ, ਇਹ ਗੱਲ ਬਹੁਤ ਇੰਪੋਰਟੈਂਟ ਹੈ। ਉਸ ਤੋਂ ਬਾਅਦ ਕਲਾ ਦੇ ਵਿਸ਼ੇ ਉੱਤੇ ਲਿਖਿਆ ਗਿਆ ਤੀਜਾ ਨਾਟਕ ਹੈ ਜਿਉਂਦੀ ਲਾਸ਼। ਕਲਾ ਦੇ ਵਿਸ਼ੇ ਉੱਤੇ ਕਪੂਰ ਸਿੰਘ ਘੁੰਮਣ ਨੇ ਕਿਹੜਾ ਨਾਟਕ ਲਿਖਿਆ? ਜਿਉਂਦੀ ਲਾਸ਼। ਹੇਠ ਲਿਖਿਆਂ ਵਿੱਚੋਂ ਕਿਹੜਾ ਨਾਟਕਕਾਰ ਹੈ ਜਿਸ ਨੇ ਕਲਾ ਦੇ ਵਿਸ਼ੇ ਉੱਤੇ ਨਾਟਕ ਨਹੀਂ ਲਿਖਿਆ? ਤਾਂ ਤਿੰਨ ਇਹ ਆਪਸ਼ਨ, ਇੱਕ ਅਲੱਗ ਹੋਊਗਾ ਕੋਈ। ਹੇਠ ਲਿਖਿਆਂ ਵਿੱਚੋਂ ਕਿਹੜੇ ਨਾਟਕਕਾਰ ਨੇ ਕਲਾ ਦੇ ਵਿਸ਼ੇ ਉੱਤੇ ਨਾਟਕ ਲਿਖਿਆ ਹੈ? ਤਾਂ ਇੱਕ ਇਹਨਾਂ ਦੇ ਵਿੱਚ ਆਪਸ਼ਨ ਹੋਊਗਾ, ਬਾਕੀ ਤਿੰਨ ਅਲੱਗ ਹੋਣਗੇ। ਸਮਝ ਗਏ ਨਾ ਪ੍ਰਸ਼ਨਾਂ ਨੂੰ ਕਿਵੇਂ ਬਣਦੇ ਆ ਪ੍ਰਸ਼ਨ? ਅਤੀਤ ਦੇ ਪਰਛਾਵੇਂ ਪਿੱਛੇ ਆ ਗਿਆ ਸੀ, ਹੈ ਨਾ ਇਹਦਾ ਨਾਮ। ਇਹ ਕੀ ਹੈ? ਨਾਟਕ ਮਨੋਵਿਗਿਆਨਿਕ ਰੂਪ ਵਿੱਚ ਸੰਕੇਤਕ ਤੇ ਪ੍ਰਤੀਕਾਤਮਕ ਪਾਤਰ ਹੈ ਇਸ ਦੇ ਅਤੀਤ ਦੇ ਪਰਛਾਵੇਂ ਦੇ ਵਿੱਚ। ਇਹ ਮਨੋਵਿਗਿਆਨਿਕ ਰੂਪ ਵਿੱਚ ਇਸ ਦੇ ਲਿਖਿਆ ਗਿਆ ਸੰਕੇਤਕ ਤੇ ਪ੍ਰਤੀਕਾਤਮਕ ਪਾਤਰ ਨੇ। ਸੰਕੇਤਮਈ ਭਾਸ਼ਾ ਦੀ ਵਰਤੋਂ ਕਰਦਾ ਹੈ। ਬੁਝਾਰਤ ਜਗਤ ਪ੍ਰਸਿੱਧ ਨਾਟਕਕਾਰ ਸਟੈਂਡਬਰਗ ਦੀ ਜੀਵਨ ਕਲਾ ਦਾ ਰੂਪਾਂਤਰਣ ਕੀਤਾ ਹੈ। ਬੁਝਾਰਤ ਦੇ ਵਿੱਚ ਵੈਰੀ ਇੰਪੋਰਟੈਂਟ ਪ੍ਰਸ਼ਨ, ਜਗਤ ਪ੍ਰਸਿੱਧ ਨਾਟਕਕਾਰ ਹੋਇਆ ਇੱਕ ਸਟੈਂਡਬਰਗ। ਕਿਹੜਾ ਬਰਗ? ਸਟੈਂਡਬਰਗ। ਸੋ ਸਟੈਂਡਬਰਗ ਦੀ ਜੀਵਨ ਕਲਾ ਦਾ ਰੂਪਾਂਤਰਣ ਇਹ ਹੈ ਜਿਹੜਾ ਕਪੂਰ ਸਿੰਘ ਘੁੰਮਣ ਸਾਹਿਬ ਨੇ ਬੁਝਾਰਤ ਨਾਟਕ ਦੇ ਵਿੱਚ ਕੀਤਾ ਹੈ। ਪ੍ਰਸਿੱਧ ਨਾਟਕਕਾਰ ਸਟੈਂਡਬਰਗ ਦੀ ਜੀਵਨ ਕਲਾ ਦਾ ਰੂਪਾਂਤਰਣ। ਯਾਦ ਰੱਖਣ ਵਾਲੀ ਗੱਲ ਹੈ, ਕਪੂਰ ਸਿੰਘ ਘੁੰਮਣ ਦੀ ਇੱਕ ਗੱਲ ਚੇਤੇ ਰੱਖਣੀ ਹੈ। ਰੱਬ ਨੇ ਚਾਹਿਆ ਤਾਂ ਮੇਰੇ ਨੋਟਸਾਂ ਦੇ ਵਿੱਚੋਂ ਹੀ ਆਊਗਾ ਪ੍ਰਸ਼ਨ।
ਪਾਗਲ ਲੋਕ ਜਿਹੜਾ ਹੈਗਾ ਜਿਹਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ 1981 ਦੇ ਵਿੱਚ ਲਿਖਿਆ ਗਿਆ ਨਾਟਕ ਹੈ ਤੇ ਇਸ ਨੂੰ 1984 ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਦਾ ਹੈ। ਪਾਗਲਖਾਨੇ ਦੇ ਅੰਦਰ ਮਾਨਸਿਕ ਰੋਗੀ ਤੇ ਡਾਕਟਰ ਉਹਨਾਂ ਦੀ ਗੱਲ ਕੀਤੀ ਹੈ। ਪਾਗਲਖਾਨੇ ਦੀ ਗੱਲ ਕੀਤੀ ਹੈ। ਪਾਗਲਖਾਨੇ ਦੇ ਵਿੱਚ ਮਾਨਸਿਕ ਰੋਗੀ ਜੋ ਰਹਿ ਰਹੇ ਨੇ ਉਹਨਾਂ ਦੇ ਨਾਲ ਡਾਕਟਰ ਦੇ ਸੰਬੰਧ ਨੂੰ ਇੱਕ ਨੂੰ ਉਸ ਨੂੰ ਦਰਸਾਇਆ ਗਿਆ ਹੈ ਕਿ ਉਹਨਾਂ ਦੇ ਆਪਸੀ ਸੰਬੰਧਾਂ ਦਾ ਜ਼ਿਕਰ ਕੀਤਾ ਹੈ। ਪਾਗਲਖਾਨੇ ਦੇ ਅੰਦਰ ਤੇ ਨਾਟਕ ਦਾ ਨਾਮ ਹੈ ਪਾਗਲ ਲੋਕ। ਨੂਰ ਜਹਾਂ ਜਿਹੜਾ ਇਹਦਾ ਨਾਟਕ ਹੈ ਉਹ ਸਮਕਾਲੀਨ ਰਾਜਨੀਤੀ ਦੇ ਉੱਪਰ ਵਿਅੰਗ ਕਰਨ ਵਾਲਾ ਨਾਟਕ ਹੈ। ਸਮਕਾਲੀਨ ਰਾਜਨੀਤੀ ਦੇ ਉੱਪਰ ਵਿਅੰਗ ਕਰਨ ਵਾਲਾ ਨਾਟਕ ਕਿਹੜਾ ਹੈ? ਨੂਰ ਜਹਾਂ। ਨਾਰੀ ਮੁਕਤੀ ਇਸ ਦਾ ਅੰਤਿਮ ਨਾਟਕ ਹੈ। ਨਾਰੀ ਦੀ ਸੁਤੰਤਰਤਾ ਪ੍ਰਤੀ ਕਰੁਣਾ ਭਾਵ ਪ੍ਰਗਟ ਕੀਤੇ ਨੇ ਨਾਟਕਕਾਰ ਕਪੂਰ ਸਿੰਘ ਘੁੰਮਣ ਨੇ। ਕਪੂਰ ਸਿੰਘ ਘੁੰਮਣ ਨਾਰੀ ਦੀ ਸੁਤੰਤਰਤਾ ਨੂੰ ਕਰੁਣਾਮਈ ਭਾਵਾਂ ਦੇ ਵਿੱਚ ਦਰਸਾਉਂਦਾ ਹੈ। ਇਹ ਇਸ ਦਾ ਅੰਤਿਮ ਨਾਟਕ ਵੀ ਹੈ। ਕਪੂਰ ਸਿੰਘ ਘੁੰਮਣ ਦਾ ਅੰਤਿਮ ਨਾਟਕ ਕਿਹੜਾ ਹੈ ਜੀ? ਨਾਰੀ ਮੁਕਤੀ, ਜਿਸ ਦੇ ਵਿੱਚ ਉਹ ਨਾਰੀ ਮੁਕਤੀ ਦੀ ਮਤਲਬ ਨਾਰੀ ਦੀ ਸੁਤੰਤਰਤਾ ਦੀ ਕਰੁਣਾਮਈ ਰੂਪ ਦੇ ਵਿੱਚ ਉਸ ਨੂੰ ਪੇਸ਼ ਕਰਦਾ ਹੈ। ਲਓ ਜੀ, ਕਪੂਰ ਸਿੰਘ ਘੁੰਮਣ ਦੀਆਂ ਗੱਲਾਂ ਹੋ ਗਈਆਂ ਆਪਣੀਆਂ ਸਾਰੀਆਂ ਕਲੀਅਰ। ਤੇ ਕਪੂਰ ਸਿੰਘ ਘੁੰਮਣ ਦਾ ਕੋਈ ਇਕਾਂਗੀ ਤਾਂ ਦੇ ਨਹੀਂ ਰੱਖਿਆ ਆਪਾਂ। ਇਕਾਂਗੀ ਮੈਂ ਤੁਹਾਨੂੰ ਦੱਸਿਆ ਹੀ ਸੀ ਵੀ 3 ਹੀ ਰਹਿ ਗਏ, ਇੱਕ ਅਮਰੀਕ ਸਿੰਘ, ਇੱਕ ਅਜਮੇਰ ਸਿੰਘ ਔਲਖ ਤੇ ਇੱਕ ਆਤਮਜੀਤ। ਤਿੰਨਾਂ ਦੇ ਇਕਾਂਗੀ ਪੜ੍ਹਨੇ ਆ, ਬਾਕੀ ਤਾਂ ਕੋਈ ਦਿੱਕਤ ਨਹੀਂ। ਲਓ ਜੀ, ਇਹਦੀਆਂ ਗੱਲਾਂ ਜਿਹੜੀਆਂ ਕਪੂਰ ਸਿੰਘ ਘੁੰਮਣ ਦੀਆਂ ਤੁਸੀਂ ਚੇਤੇ ਰੱਖਣੀਆਂ ਬੇਟਾ ਜੀ। ਇਹਦੇ ਵਿੱਚੋਂ ਪ੍ਰਸ਼ਨ ਆ ਜਿਹੜੇ ਸਿੱਧਾ ਸਪਸ਼ਟ ਆਉਣਗੇ, ਬਸ ਇਸ ਤੋਂ ਇਲਾਵਾ ਕੁਝ ਨਹੀਂ ਰਹਿ ਜਾਂਦਾ ਕਪੂਰ ਸਿੰਘ ਘੁੰਮਣ ਦੇ ਬਾਰੇ। ਤੇ ਮਿਲਦੇ ਆ ਅਗਲੀ ਜਮਾਤ ਲੈ ਕੇ ਜਲਦੀ। ਫਸਟ ਗ੍ਰੇਡ ਹੋ ਗਈ ਤੇ ਅੱਗੇ ਆਪਾਂ ਗੁਰਦਿਆਲ ਸਿੰਘ ਫੁੱਲ ਵੀ ਫਸਟ ਗ੍ਰੇਡ ਦੇ ਵਿੱਚ ਹੀ ਪੜ੍ਹਨਾ ਆਪਾਂ। ਗੁਰਦਿਆਲ ਸਿੰਘ ਫੁੱਲ ਦੇ ਬਾਰੇ ਤਾਂ ਬਾਹਲੀ ਕੋਈ ਰਚਨਾ ਵੀ ਹੈ ਨਹੀਂ। ਹਾਂਜੀ, ਮਿਲਦੇ ਆ ਜਲਦੀ ਜੀ। ਰੱਬ ਰਾਖਾ।